ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਨੀਤੀ ਆਯੋਗ ਦੀ ਰਿਪੋਰਟ ਤੋਂ। ਇਸ ਰਿਪੋਰਟ ਨੇ ਜੋ ਦਾਅਵੇ ਕੀਤੇ ਨੇ ਉਹ ਬੜੇ ਚਿੰਤਾਜਨਕ ਨੇ। ਹਾਲਾਂਕਿ ਦੇਸ਼ ਭਰ ਦਾ ਮੁਲਾਂਕਣ ਕੀਤਾ ਗਿਆ, ਪਰ ਪੰਜਾਬ ਦੇ ਪਰਸਪੈਕਟਿਵ ਤੋਂ ਦੇਖਿਆ ਜਾਵੇ ਤਾਂ ਚੀਜ਼ਾਂ ਕੋਈ ਬਹੁਤੀਆਂ ਠੀਕ ਨਹੀਂ। ਰਿਪੋਰਟ ਦੀ ਤਫਸੀਲ ਕੀ ਹੈ ਉਹ ਤਾਂ ਜ਼ਰੂਰ ਦੱਸਿਓ, ਪਰ ਨਾਲੋਂ ਨਾਲ ਇਸ ਗੱਲ ਤੇ ਵੀ ਚਰਚਾ ਜ਼ਰੂਰ ਕਰਿਓ ਕਿ ਰਿਪੋਰਟ ਦਾ ਇਹ ਦਾਅਵਾ ਹੈ ਕਿ ਦੇਸ਼ ਭਰ ਦੇ ਵਿੱਚ ਗਰੀਬੀ ਜਿਹੜੀ ਹੈ ਉਹ 10% ਘਟੀ ਹੈ, ਪਰ ਪੰਜਾਬ ਦੇ ਵਿੱਚ ਤਾਂ 1% ਵੀ ਫਰਕ ਨਹੀਂ ਪਿਆ। ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ। ਨੀਤੀ ਆਯੋਗ ਦੀ ਇੱਕ ਵਿਸਥਾਰਤ ਰਿਪੋਰਟ ਆਈ ਹੈ। ਮੈਂ ਉਹਦੇ ਵਿੱਚੋਂ ਮੋٹے-ਮੋٹے ਅੰਕੜੇ ਅੱਜ ਤੁਹਾਡੇ ਸਾਹਮਣੇ ਰੱਖ ਰਿਹਾ ਜੀ। ਲੰਬੀ ਚੌੜੀ ਰਿਪੋਰਟ ਹੈ, ਪਿਛਲੇ 4 ਸਾਲ ਦੇ ਹਵਾਲਿਆਂ ਨਾਲ। ਸੋ ਇਸ ਲਈ ਜੇਕਰ ਉਸ ਹਵਾਲੇ ਨਾਲ ਸਮਝਿਆ ਜਾਵੇ ਤਾਂ ਲਗਭਗ ਇਹ ਕਹਿ ਸਕਦੇ ਹੋ ਕਿ ਨਰਿੰਦਰ ਮੋਦੀ ਸਰਕਾਰ ਨੇ ਨੀਤੀ ਆਯੋਗ ਦੀ ਰਿਪੋਰਟ ਰਾਹੀਂ ਆਪਣਾ ਰਿਪੋਰਟ ਕਾਰਡ ਰੱਖਿਆ ਤੇ ਉਹ ਪਰ ਰਿਪੋਰਟ ਕਾਰਡ ਕਈ ਚੀਜ਼ਾਂ ਦੇ ਸਵਾਲ ਵੀ ਖੜੇ ਕਰਦਾ ਹੈ ਜੀ। ਬਕਾਇਦਾ ਤੌਰ ਤੇ ਨੀਤੀ ਆਯੋਗ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਦੇਸ਼ ਦੇ ਅੰਦਰ 4 ਸਾਲਾਂ ਦੇ ਵਿੱਚ 13.5 ਕਰੋੜ 13.5 ਕਰੋੜ ਲੋਕ ਕਹਿੰਦੇ ਗਰੀਬੀ ਰੇਖਾ ਚੋਂ ਬਾਹਰ ਲਿਆਂਦੇ ਗਏ ਨੇ ਜੀ। ਠੀਕ ਹੈ। ਪਿਛਲੇ 4 ਸਾਲਾਂ 'ਚ ਤੇ ਇਸੇ ਹਵਾਲੇ ਨਾਲ ਦਮ ਭਰਿਆ ਗਿਆ ਕਿ ਬਕਾਇਦਾ ਤੌਰ ਤੇ 2015-16 ਦੀ ਜੇਕਰ ਗੱਲ ਕਰੀਏ ਤਾਂ ਉਸ ਸਮੇਂ ਕਹਿੰਦੇ ਜੀ 24.85% ਲੋਕ ਗਰੀਬ ਸੀਗੇ ਤੇ ਹੁਣ ਕਹਿੰਦੇ 2019-20 ਚ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਘਟ ਕੇ ਜੀ 14.96 ਕਰੋੜ ਰਹਿ ਗਏ। ਠੀਕ ਹੈ, 96% ਰਹਿ ਗਏ, ਮਤਲਬ 14.96 ਲਗਭਗ 15% ਰਹਿ ਗਏ ਤੇ ਪਹਿਲਾਂ 24.85 ਸੀ, ਹੁਣ 15%। ਇਹ 10% ਲਗਭਗ ਕਹਿੰਦੇ ਜੀ ਗਰੀਬੀ ਰੇਖਾ ਚੋਂ ਬਾਹਰ ਆ ਗਏ ਲੋਕ। ਠੀਕ ਹੈ। 9.99% ਲੋਕ ਕਹਿੰਦੇ ਜੀ ਗਰੀਬੀ ਰੇਖਾ ਚੋਂ ਬਾਹਰ ਆ ਗਏ, ਮਤਲਬ ਦੇਸ਼ ਦੀ ਔਸਤ 10% ਹੈ ਜਿਹੜੇ ਲੋਕ ਗਰੀਬੀ ਰੇਖਾ ਚੋਂ 4 ਸਾਲਾਂ ਚੋਂ ਬਾਹਰ ਆਏ ਨੇ, ਪਰ ਪੰਜਾਬ ਦੀ ਔਸਤ 1% ਵੀ ਨਹੀਂ ਹੈ। ਓ ਅੱਛਾ ਜੀ। 0.82% ਲੋਕ ਕਹਿੰਦੇ ਜੀ ਪੰਜਾਬ ਚੋਂ ਗਰੀਬੀ ਰੇਖਾ ਚੋਂ ਬਾਹਰ ਆਏ ਨੇ। ਤੇ ਫਿਰ ਕਿਹੜੇ ਹਿੱਲੇ ਨਾਲ ਪਾਰਟੀਆਂ ਸਾਡੀਆਂ ਮੱਲਾਂ ਮਾਰਦੀਆਂ ਨੇ, ਕਿਹੜੇ ਹਿੱਲੇ ਨਾਲ ਦਮ ਭਰਦੇ ਨੇ, ਆ ਜੀ ਪਿਆ। ਸੋ ਪੰਜਾਬ ਦੇ ਅੰਦਰ 1% ਤੋਂ ਵੀ ਘੱਟ ਲੋਕ ਨੇ ਜਿਹੜੇ ਗਰੀਬੀ ਰੇਖਾ ਤੋਂ ਬਾਹਰ ਹੈ, ਜਦੋਂ ਕਿ ਸਾਡਾ ਗਵਾਂਢੀ ਸੂਬਾ ਹਰਿਆਣਾ ਤੇ ਉੱਥੇ 4% ਤੋਂ ਵੱਧ ਲੋਕ ਗਰੀਬੀ ਰੇਖਾ ਚੋਂ ਬਾਹਰ ਆ ਗਏ। ਤੇ ਇੱਥੋਂ ਫਰਕ ਸਮਝ ਆਉਂਦਾ। ਚਲੋ ਕੱਲੇ ਇਸੇ ਮਾਮਲੇ ਤੇ ਆਪਾਂ ਥੋੜਾ ਜਿਹਾ ਅੱਗੇ ਵੱਧ ਜਾਈਏ। ਜੇਕਰ ਆਪਾਂ ਏਦਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਦੇਸ਼ 'ਚ ਜੇਕਰ ਕੋਈ ਗਰੀਬੀ ਰੇਖਾ ਚੋਂ ਬਾਹਰ ਆਇਆ ਤਾਂ ਜੀ ਉਹ ਬਿਹਾਰ ਆਇਆ। ਠੀਕ ਹੈ, ਕਿਉਂਕਿ ਉੱਥੇ ਗਰੀਬ ਹੈ ਹੀ ਬਹੁਤ ਨੇ ਜੀ, ਗਰੀਬੀ ਹੈ ਹੀ ਬਹੁਤ ਹੈ। 18% ਤੋਂ ਵੱਧ ਲੋਕ ਉੱਥੋਂ ਬਾਹਰ ਆਏ, ਪਰ ਅਜੇ ਵੀ ਦੇਸ਼ 'ਚ ਸਭ ਤੋਂ ਵੱਧ ਗਰੀਬ ਉਸੇ ਸੂਬੇ 'ਚ ਨੇ। 34% ਲੋਕ ਅਜੇ ਵੀ ਗਰੀਬ ਨੇ ਉੱਥੇ ਜੀ। 18.13% ਬਾਹਰ ਆਉਣ ਤੋਂ ਬਾਅਦ ਵੀ। ਇਸ ਤੋਂ ਅੱਗੇ ਆ ਜਾਓ ਜੀ। ਅੱਗੇ ਖਾਸ ਜਿਹੜਾ ਗੱਲ ਗੌਰ ਕਰਨ ਵਾਲੀ ਹੈ ਪ੍ਰਵੀਨ ਜੀ, ਝਾਰਖੰਡ, ਛੱਤੀਸਗੜ੍ਹ ਤੇ ਗੁਜਰਾਤ। ਠੀਕ ਹੈ ਜੀ। 40% ਆਬਾਦੀ ਇਹਨਾਂ ਸੂਬਿਆਂ ਦੀ ਉਹ ਹੈ ਜਿਹੜੀ ਸੰਤੁਲਿਤ ਭੋਜਨ ਵੀ ਨਹੀਂ ਮਿਲਦਾ ਜੀ। ਮਤਲਬ ਚੰਗੀ ਖੁਰਾਕ ਵੀ ਨਹੀਂ ਮਿਲਦੀ। ਜਵਾਕ ਕੁਪੋਸ਼ਣ ਦੇ ਸ਼ਿਕਾਰ ਹੁੰਦੇ ਨੇ, ਮਾਵਾਂ ਬੱਚੇ ਨੂੰ ਜਨਮ ਦੇਣ ਲਈ ਤੰਦਰੁਸਤ ਨਹੀਂ ਹੈਗੀਆਂ। ਬਿਲਕੁਲ। ਸੋ ਮੈਂ ਝਾਰਖੰਡ, ਛੱਤੀਸਗੜ੍ਹ ਨੂੰ ਜੇ ਪਰੇ ਵੀ ਕਰ ਦੇਵਾਂ ਤਾਂ ਗੁਜਰਾਤ ਨੂੰ ਨਾ ਭੁੱਲਿਓ। ਗੁਜਰਾਤ ਮਾਡਲ ਵਿੱਚ ਆ ਦੇਸ਼ ਦੇ ਅੰਦਰ। ਤੇ ਗੁਜਰਾਤ ਦੇ ਅੰਦਰ ਜੇਕਰ ਪ੍ਰਧਾਨ ਮੰਤਰੀ ਉਹ ਸੂਬੇ ਦਾ, ਗ੍ਰਹਿ ਮੰਤਰੀ ਉਹ ਸੂਬੇ ਦਾ, ਅਬਾਨੀ ਅਡਾਨੀ ਉੱਥੋਂ, ਤੇ ਲੋਕਾਂ ਨੂੰ ਰੋਟੀ ਵੀ ਨਹੀਂ। ਤੇ ਫਿਰ ਇਹ ਸਵਾਲ, ਇਸ ਲਈ ਇਹ ਨੀਤੀ ਆਯੋਗ ਦੀ ਰਿਪੋਰਟ ਕਈ ਪੱਖ ਤੋਂ ਸਵਾਲ ਖੜੇ ਕਰਦੀ ਆ। ਸਿਹਤ ਦੇ ਮਾਮਲੇ 'ਚ 40% ਝਾਰਖੰਡ, ਛੱਤੀਸਗੜ੍ਹ ਤੇ ਗੁਜਰਾਤ ਦੇ ਲੋਕਾਂ ਨੂੰ ਰੋਟੀ ਨਹੀਂ ਮਿਲਦੀ। ਦੇਸ਼ ਦੀ ਐਵਰੇਜ 31.52% ਹੈ। ਠੀਕ ਹੈ। ਅੱਛਾ। ਦੇਸ਼ ਦੇ ਵਿੱਚ 31.52% ਲੋਕ ਨੇ ਜਿਨ੍ਹਾਂ ਨੂੰ ਮਤਲਬ ਚੰਗੀ ਖੁਰਾਕ ਨਹੀਂ ਮਿਲਦੀ, ਤੇ ਪਰ ਗੁਜਰਾਤ ਦੀ 40% ਹੈ। ਠੀਕ ਹੈ। ਚਲੋ ਸਿੱਖਿਆ 'ਚ ਆਪਾਂ ਗੱਲ ਕਰਕੇ ਹਟੇ ਹਾਂ ਕਿ ਸਿੱਖਿਆ ਦੇ ਵੱਲ ਜੇਕਰ ਸਮਝਣਾ ਹੋਵੇ ਤਾਂ ਪੰਜਾਬ ਹਰਿਆਣੇ ਤੋਂ ਸਿੱਖਿਆ ਦੇ ਮਾਮਲੇ 'ਚ ਵੀ ਫਾਡੀ ਹੈ ਜੀ। ਓ ਅੱਛਾ। ਇੱਕ ਪਾਸੇ ਗਰੀਬੀ 'ਚ ਸਾਡਾ 1% ਘਟ ਰਿਹਾ, ਉਹਨਾਂ ਦੀ 4% ਗਰੀਬੀ ਘਟ ਰਹੀ ਹੈ। ਪਰ ਇੱਧਰ ਹਰਿਆਣੇ 'ਚ 5.51% ਪਰਿਵਾਰ ਉਹ ਨੇ ਪ੍ਰਵੀਨ ਜੀ ਜਿਹੜੇ ਪਰਿਵਾਰ ਪ੍ਰਾਇਮਰੀ ਤੱਕ ਪੜ੍ਹੇ ਨੇ, ਉਹ ਤੋਂ ਅੱਗੇ ਨਹੀਂ ਪੜ੍ਹੇ। ਉਹ ਠੀਕ ਆ। ਮਤਲਬ 5.51% ਪਰਿਵਾਰ ਅਜਿਹੇ ਨੇ ਜਿਹੜੇ ਪ੍ਰਾਇਮਰੀ ਤੋਂ ਗਾਂਹ ਗਏ ਹੀ ਨਹੀਂ ਪੜ੍ਹਨ। ਪਰ ਪੰਜਾਬ ਤਾਂ ਸਾਖਰ ਸੂਬਾ ਮੰਨਿਆ ਜਾਂਦਾ, ਪੰਜਾਬ ਤਾਂ ਵਿਕਸਿਤ ਸੂਬਾ ਮੰਨਿਆ ਜਾਂਦਾ ਹੈ, ਦੇਸ਼ ਦਾ ਨੰਬਰ 1 ਸੂਬਾ ਰਿਹਾ। ਤੇ ਹੁਣ ਤਾਂ ਸਰਕਾਰ ਇੱਥੇ ਸਿੱਖਿਆ ਮਾਡਲ ਵਾਲੀ ਆਈ ਆ, ਤੇ ਪਿਛਲੀ ਸਰਕਾਰਾਂ ਦੇ ਸਮੇਂ ਵੀ ਬੜੇ ਦਮ ਭਰੇ ਗਏ ਸੀ। ਸੋ ਲਓ ਜੀ, ਹਰਿਆਣੇ 'ਚ 5.51% ਉਹ ਲੋਕ ਨੇ ਜਿਹੜੇ ਪ੍ਰਾਇਮਰੀ ਤੋਂ ਅੱਗੇ ਨਹੀਂ ਗਏ। ਪੰਜਾਬ ਦੇ ਵਿੱਚ 7% ਨੇ ਜੀ। 6.72% ਤੋਂ ਜ਼ਿਆਦਾ ਜੀ। 6.72% ਤੋਂ ਵੱਧ ਲੋਕ ਪੰਜਾਬ 'ਚੋਂ ਵਸਦੇ ਨੇ ਜਿਹੜੇ ਪ੍ਰਾਇਮਰੀ ਤੋਂ ਅੱਗੇ ਪੜ੍ਹਾਈ ਕਰਨੇ ਨਹੀਂ ਗਏ। ਸੋ ਇਸ ਲਈ ਕਿੰਨੇ ਸਵਾਲ ਸਾਡੇ ਮੂਹਰੇ ਖੜੇ ਨੇ। ਦੇਸ਼ ਦੇ ਵਿੱਚ 10.16% ਆਬਾਦੀ ਅਜਿਹੀ ਹੈ
ਜਿਨ੍ਹਾਂ ਕੋਲ ਅਜੇ ਵੀ ਪ੍ਰਵੀਨ ਜੀ ਕੋਈ ਜਾਇਦਾਦ ਨਹੀਂ ਹੈਗੀ। ਠੀਕ ਹੈ। ਤੇ ਇੱਥੇ ਦਮ ਭਰਿਆ ਗਿਆ ਕਿ ਦੇਸ਼ ਦੁਨੀਆ ਭਰ ਦੇ ਵਿੱਚ ਉਹ ਸਰਵ ਸ਼ਕਤੀਮਾਨ ਬਣ ਗਿਆ। ਕੀ ਬਣ ਗਿਆ ਜੀ, ਹੈ ਨਾ? ਬਿਲਕੁਲ ਦੁਨੀਆ ਦੀ ਤਾਕਤ, ਵਿਸ਼ਵ ਗੁਰੂ। ਹਾਂਜੀ। ਸੋ ਬੜੇ ਦਮ ਭਰਨ ਵਾਲੇ ਇਸ ਗੱਲ ਦੇ ਉੱਤੇ ਗੌਰ ਕਰਨ ਕਿ ਭਾਈ ਦੇਸ਼ ਦੇ ਵਿੱਚ 10.16% ਆਬਾਦੀ ਅਜਿਹੀ ਹੈ, 10% ਤੋਂ ਵੱਧ ਆਬਾਦੀ ਅਜਿਹੀ ਹੈ ਜਿਹਦੇ ਕੋਲ ਕੋਈ ਜਾਇਦਾਦ ਨਹੀਂ। ਹੁਣ ਕਿਹਨੂੰ ਜਾਇਦਾਦ ਮੰਨਦੇ ਹੋ ਪ੍ਰਵੀਨ ਜੀ ਤੁਸੀਂ? ਮਤਲਬ ਬੰਦੇ ਕੋਲ ਮਕਾਨ, ਘਰ, ਕੋਈ ਵਾਹਨ, ਕੋਈ ਬੜੀ ਚੀਜ਼, ਇਹ ਜਾਇਦਾਦ? ਪਰ ਮੈਂ ਜਿਹੜੀ ਚੀਜ਼ ਦੱਸ ਰਿਹਾ ਜੀ, ਇਹ ਕਿਹੜੇ ਨੇ ਜਿਨ੍ਹਾਂ ਕੋਲ ਘਰ-ਬਾਰ ਤਾਂ ਛੱਡੋ, ਇਹ ਉਹ ਲੋਕ ਨੇ ਪ੍ਰਵੀਨ ਜੀ ਜਿਨ੍ਹਾਂ ਕੋਲ ਰੇਡੀਓ ਤੱਕ ਨਹੀਂ ਹੈਗਾ, ਟੈਲੀਵਿਜ਼ਨ ਤੱਕ ਨਹੀਂ ਹੈਗਾ, ਜਿਨ੍ਹਾਂ ਕੋਲ ਮੋਬਾਈਲ ਤੱਕ ਨਹੀਂ ਹੈਗਾ, ਸਾਈਕਲ ਤੇ ਮੋਟਰਸਾਈਕਲ ਤੋਂ ਵੀ ਕੁਝ ਨਹੀਂ ਹੈਗਾ। ਠੀਕ ਹੈ। ਇਹੀ ਜੀ ਗਰੀਬੀ ਵੀ ਅਜੇ ਦੇਸ਼ 'ਚ ਹੈਗੀ। ਤੇ ਇਸ ਲਈ ਇਹ ਚੋਣ ਡਰਾਮੇ, ਇਸ਼ਤਿਹਾਰ ਡਰਾਮੇ, ਪ੍ਰਚਾਰ ਡਰਾਮੇ, ਵਿਸ਼ਵ ਗੁਰੂ ਦੇ ਦਮ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਚੰਦਰਯਾਨ ਤੇ ਭੇਜਣ ਦੇ ਲਈ ਜੇਕਰ ਕਿਸੇ ਦਾ ਯੋਗਦਾਨ ਹੈ ਤਾਂ ਉਹ ਵਿਗਿਆਨੀਆਂ ਦੀ ਹਿੰਮਤ ਹੈ। ਉੱਥੇ ਜੇ ਟੁੱਟ ਜਾਵੇ ਤਾਂ ਵਿਗਿਆਨੀ ਨੂੰ ਗੱਲ ਲਾ ਕੇ ਆਪ ਲੋ ਡਰਾਮਾ ਕਰ ਲੋ, ਤੇ ਜੇ ਪਹੁੰਚ ਜਾਵੇ ਤਾਂ ਮੇਰੇ ਕਾਰਨ ਪਹੁੰਚਿਆ, ਤਾਂ ਸਾਡੀ ਸਰਕਾਰ ਦੇ ਕਾਰਨ ਪਹੁੰਚਿਆ। ਤੇ ਪਰ ਧਰਤੀ ਤੇ ਆਹ ਹਾਲ ਹੈ ਕਿ ਦੇਸ਼ ਦੇ ਵਿੱਚ ਆਪਣੇ ਹੀ ਪ੍ਰਧਾਨ ਮੰਤਰੀ ਦੇ ਆਪਣੇ ਸੂਬੇ 'ਚ 40% ਲੋਕਾਂ ਨੂੰ ਰੋਟੀ ਨਹੀਂ ਮਿਲਦੀ ਪੂਰੀ, ਤੇ ਦੇਸ਼ 31% ਲੋਕਾਂ ਨੂੰ, ਅਜੇ ਵੀ 31.52, 31.5% ਲੋਕਾਂ ਨੂੰ ਪੂਰੀ ਰੋਟੀ ਨਹੀਂ ਮਿਲਦੀ। ਤੇ ਇੱਧਰ 10% ਤੋਂ ਵੱਧ ਆਬਾਦੀ ਉਹ ਹੈ ਜਿਨ੍ਹਾਂ ਕੋਲ ਕੋਈ ਸਾਈਕਲ, ਸਕੂਟਰ, ਮੋਟਰਸਾਈਕਲ, ਕਾਰ ਤਾਂ ਬਹੁਤ ਦੂਰ ਦੀ ਗੱਲ ਹੈ, ਮਤਲਬ ਰੇਡੀਓ ਤੇ ਫੋਨ ਤੱਕ ਨਹੀਂ ਹੈਗਾ ਜੀ। ਤੇ ਚਲੋ, ਇਹ ਸਭ ਦੇ ਦਰਮਿਆਨ ਇੱਕ ਹੋਰ ਗੌਰ ਕਰਨ ਵਾਲੀ ਗੱਲ ਹੈ ਜੀ, ਘਰ ਘਰ ਸਿਲੰਡਰ। ਮੈਂ ਗੁਜਰਾਤ ਦਾ ਇੱਕ ਪਿੰਡ ਦੇਖ ਕੇ ਆਇਆ ਪ੍ਰਵੀਨ ਜੀ, 2 ਘਰਾਂ 'ਚ ਮੈਨੂੰ ਸਿਲੰਡਰ ਮਿਲਿਆ। ਹੈਗੇ ਨੇ ਪਿੰਡ। ਤੇ ਮੈਂ ਸੋਚਦਾ ਸੀਗਾ ਕਿ ਸਾਡਾ ਪੰਜਾਬ ਤਾਂ ਬਹੁਤ ਅੱਗੇ ਹੈ, ਪਰ ਆ ਲੋ ਪੰਜਾਬ 'ਚ ਵੀ ਅਜੇ ਵੀ 25% ਤੋਂ ਵੱਧ ਲੋਕ ਉਹ ਨੇ ਜਿਨ੍ਹਾਂ ਕੋਲ ਸਿਲੰਡਰ ਨਹੀਂ ਹੈਗਾ, ਲੱਕੜ ਬਾਲ ਕੇ ਚੁੱਲ੍ਹਾ ਬਾਲਦੇ। ਠੀਕ ਹੈ। 25.33% ਲੋਕ ਪੰਜਾਬ 'ਚ ਵੀ ਜਿਹੇ ਹੈਗੇ। ਹਰਿਆਣੇ 'ਚ ਇਸ ਮਾਮਲੇ 'ਚ ਹਰਿਆਣਾ ਸਭ ਤੋਂ ਅੱਗੇ ਹੈ। ਹਰਿਆਣਾ ਮਤਲਬ ਕਿ ਇਸ ਮਾਮਲੇ 'ਚ ਸਾਡੀ ਕਹਿ ਸਕਦੇ ਹਾਂ ਆਪਾਂ ਸਭ ਤੋਂ, ਉੱਥੇ 34.74% ਨੇ, ਹੈ ਨਾ? ਤੇ ਇਸੇ ਤਰ੍ਹਾਂ ਗੁਜਰਾਤ 34% ਨੇ, ਹਰਿਆਣਾ 43% ਲੋਕ ਹੈ ਜਿਨ੍ਹਾਂ ਕੋਲ ਸਿਲੰਡਰ ਨਹੀਂ ਹੈਗਾ, ਜਿਹੜੇ ਚੁੱਲ੍ਹਾ ਬਾਲਦੇ ਨੇ। ਤੇ ਹਿਮਾਚਲ 52% ਸਭ ਤੋਂ ਮੂਹਰੇ ਹੈ ਜੀ ਇਸ ਮਾਮਲੇ 'ਚ। ਬੇਸ਼ੱਕ ਉਹਨਾਂ ਕੋਲ ਲੱਕੜ ਹੈਗੀ, ਮੈਂ ਕਹਿੰਦਾ ਸਮਝਦਾਰੀ ਵੀ ਹੈ। ਮੈਨੂੰ ਤਾਂ ਕਦੇ ਕਦੇ ਇਹ ਲੱਗਦਾ ਕਿ ਘੱਟੋ ਘੱਟ ਸਿਲੰਡਰ ਦੀ ਉਹ ਤੋਂ ਤਾਂ ਬਚਿਆ। ਹਾਂ, ਪਰ ਦਰਖਤ ਵੱਢ ਕੇ ਜੇ ਫੂਕ ਰਹੇ ਉਹ ਗਲਤ ਹੈ। ਜਿਹੜੇ ਆਪਣੇ ਅੱਗੇ ਪਿੰਡਾਂ 'ਚੋਂ ਡੱਕੇ ਚੁਗਲੇ, ਲੱਕੜ ਚੁਗਲੀ, ਹੈ ਨਾ, ਟਾਹਣੀਆਂ ਗਿਰੀਆਂ ਹੋਈਆਂ, ਉਸ ਹਵਾਲੇ ਨਾਲ ਤਾਂ ਸਭ ਠੀਕ ਹੈ। ਪਰ ਇਹਦੇ ਹਵਾਲੇ ਨਾਲ ਸਰਕਾਰਾਂ ਤਾਂ ਇਹ ਕਹਿੰਦੀਆਂ ਕਿ ਅੱਖਾਂ ਦਾ ਧੂੰਆਂ ਜੀ, ਬਿਮਾਰੀਆਂ ਜੀ, ਰੋਗ ਜੀ, ਗਲੇ ਦੇ ਜੀ, ਜੀ ਆ ਦਮਾ ਜੀ, ਇਹ ਸਾਰਾ ਕੁਝ ਹੁੰਦਾ। ਤੇ ਫਿਰ ਸਿਲੰਡਰ ਸਸਤਾ ਕਰ ਦੋ ਨਾ ਜੀ। ਤੇ ਤੁਹਾਡੀ ਅਵਾਨੀ ਡਾਨੀ ਦਾ ਗੈਸ ਪੈਪ ਕਿਉਂ ਪਾ ਰਹੇ ਹੋ? ਦੇ ਦਿਓ ਲੋਕਾਂ ਨੂੰ ਸਹੂਲਤ। ਤੇ ਤੁਸੀਂ ਤਾਂ ਦਮ ਭਰਿਆ ਸੀ, ਸਿੱਧੀ ਸਬਸਿਡੀ 3 ਰੁਪਏ ਆਉਂਦੀ ਹੈ ਪ੍ਰਵੀਨ ਜੀ ਸਿਲੰਡਰ ਦੀ ਸਬਸਿਡੀ, ਤੇ ਫਿਰ ਡਰਾਮਾ ਕਿਉਂ? ਜੀ। ਇਸ ਲਈ ਇਹ ਨੀਤੀ ਆਯੋਗ ਦੀ ਰਿਪੋਰਟ ਪੰਜਾਬ ਦੇ ਹਵਾਲੇ ਨਾਲ ਵੀ ਚਿੰਤਾਜਨਕ ਹੈ, ਤੇ ਦੇਸ਼ ਦੇ ਕੁੱਲ ਮਿਲਾ ਕੇ ਹਵਾਲੇ ਨਾਲ ਵੀ ਚਿੰਤਾਜਨਕ ਹੈ ਜੀ। ਅੱਜ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ, ਬੇਰੁਜ਼ਗਾਰੀ ਵਿਭਾਗ ਵਾਲਿਆਂ ਨੇ 45 ਸਾਲਾਂ ਵਾਲੇ ਬੇਰੁਜ਼ਗਾਰੀ ਵਾਲੇ ਅੰਕੜੇ ਹੀ ਲੁਕਾ ਲਏ ਤੇ ਮੁੜ ਕੇ ਉਹ ਰਿਲੀਜ਼ ਕਰਨੇ ਹੀ ਬੰਦ ਕਰਤੇ ਕਿ ਦੇਸ਼ ਦੇ ਵਿੱਚ ਬੇਰੁਜ਼ਗਾਰੀ ਨੇ ਰਿਕਾਰਡ ਤੋੜਤੇ। ਪਰ ਨੀਤੀ ਆਯੋਗ ਦੀਆਂ ਰਿਪੋਰਟਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਸਿਚੁਏਸ਼ਨ ਜਿਹੜੀ ਆ ਉਹ ਵਾਕਈ ਤਰਸਯੋਗ ਹੈ। ਜਿਵੇਂ ਤੁਸੀਂ ਮਾਡਲ ਵਾਲੀ ਸਰਕਾਰ ਦਾ ਜ਼ਿਕਰ ਕੀਤਾ, ਉਹ ਵੀ ਗੱਲ ਦਰਕਿਨਾਰ ਨਹੀਂ ਕੀਤੀ ਜਾ ਸਕਦੀ।